ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਜੀ। ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ। ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਨੇ ਛਾੜ ਸਗਲ ਜੰਜਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ ਗੁਰਬਾਣੀ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਹਨ। ਚੱਲ ਰਹੀ ਲੜੀਵਾਰ ਕਥਾ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਲੋਕਾਂ ਦੀ ਅੱਜ ਜਿਹੜੇ 2 ਸ਼ਲੋਕ ਅਸੀਂ ਵਿਚਾਰਨੇ ਹਨ ਉਹ 51 ਤੇ 52 ਨੰਬਰ ਹਨ ਤੇ ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਇਸ ਕਰਕੇ ਸ਼ਲੋਕਾਂ ਦੀ ਵਿਚਾਰ ਬਹੁਤ ਸੰਖੇਪ ਜੀ ਕਰਾਂਗੇ ਤਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੇ ਅਸੀਂ ਝਾਤ ਪਾ ਸਕੀਏ। ਉਹ ਮਹਾਨ ਸੂਰਬੀਰ ਯੋਧੇ ਜਿਨ੍ਹਾਂ ਦੀ ਬਦੌਲਤ ਅਸੀਂ ਜ਼ਮੀਨਾਂ ਦੇ ਮਾਲਕ ਬਣੇ ਹਾਂ। ਉਹ ਕੈਸਾ ਸੂਰਮਾ ਮਹਾਨ ਸੂਰਬੀਰ ਹੈ, ਉਹਦੀ ਸ਼ਹਾਦਤ ਕੀ ਰੰਗ ਲਿਆਉਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਉਸ ਬਾਬਾ ਬੰਦਾ ਸਿੰਘ ਬਹਾਦਰ ਤੇ ਕੀ ਕਿਰਪਾ ਕਰਦਾ, ਇਹਦੀਆਂ ਸਾਰੀਆਂ ਆਪਾਂ ਵਿਚਾਰਾਂ ਕਰਾਂਗੇ। ਆਓ ਪਹਿਲਾਂ ਸ਼ਬਦ ਵਿਚਾਰ ਨਾਲ ਜੁੜੀਏ। ਕਰੋ ਕਿਰਪਾ ਸਾਰੇ ਮਾਈ ਭਾਈ ਮਨ ਦੇ ਟਿਕਾਓ ਇਕਾਗਰਤਾ ਦੇ ਵਾਸਤੇ ਸਾਰੇ ਮਿਲ ਕੇ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਸਾਰੇ ਕਿਰਪਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋ ਬਖਸ਼ਿਸ਼ ਕਰ ਰਹੇ ਹਨ। ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਇਹ 4 ਸ਼ਲੋਕ ਇਕੱਠੇ ਇਹਨਾਂ ਦੀ ਵਿਚਾਰ ਇੱਕੋ ਹੀ ਹੈ। ਦੋਵਾਂ ਦੀ ਆਪਾਂ ਪਿਛੇ ਕਰ ਲਈ ਸੀ ਕਿ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਰ। ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ। ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਤੇ ਇਹ ਵੀ ਸ਼ਲੋਕ ਉਸ ਦੀ ਹੀ ਵਿਆਖਿਆ ਕੋ ਕਰ ਰਹੇ ਨੇ ਕਿ ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਇਸ ਤੋਂ ਅੱਗੇ ਦੋਹਰਾ ਤੇ ਫਿਰ ਬਾਕੀ ਦੇ ਸ਼ਲੋਕ ਨੇ। ਸਤਿਗੁਰੂ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਪਹਿਲਾਂ ਅਸੀਂ ਅੱਖਰੀ ਅਰਥ ਦੇਖਣੇ ਹਨ। ਸਾਹਿਬ ਕਿਰਪਾ ਕਰਦੇ ਨੇ ਚਿੰਤਾ ਤਾਕੀ ਕੀਜੀਐ। ਚਿੰਤਾ ਦਾ ਮਤਲਬ ਹੁੰਦਾ ਹੈ ਕਿ ਇੱਥੇ ਚਿੰਤਾ ਦਾ ਅਰਥ ਚਿੰਤਨ ਨਹੀਂ ਹੈ। ਚਿੰਤਾ ਦਾ ਅਰਥ ਹੈ ਫਿਕਰ। ਉਸ ਗੱਲ ਦਾ ਕਰੀਏ
ਕਿਹੜੀ ਗੱਲ ਦਾ ਫਿਕਰ ਕਰਨਾ ਚਾਹੀਦਾ। ਜਿਵੇਂ ਆਪਾਂ ਕਹਿੰਦੇ ਬੜੀ ਚਿੰਤਾ ਹੈ, ਬੜਾ ਫਿਕਰ ਲੱਗਾ ਹੈ, ਇੱਥੇ ਇਹਦੀ ਅਰਥ ਇਹ ਨੇ ਮਹਾਰਾਜ ਕਹਿੰਦੇ ਉਸ ਗੱਲ ਦਾ ਫਿਕਰ ਕਰਨਾ ਚਾਹੀਦਾ, ਉਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ। ਅਨਹੋਣੀ ਸ਼ਬਦ ਅਸੀਂ ਸਮਝ ਕੇ ਸਾਰੇ, ਜਿਹੜੀ ਚੀਜ਼ ਨਾ ਵਾਪਰਦੀ ਹੋਵੇ, ਜਿਹਨੂੰ ਕਹਿੰਦੇ ਅਸੰਭਵ। ਸੰਭਵ ਹੁੰਦਾ ਹੈ ਹੋ ਜਾਣਾ, ਐਡਾ ਅਗੇਤਰ ਲੱਗ ਜਾਏ ਤਾਂ ਮਤਲਬ ਅਸੰਭਵ, ਜੋ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਉਸ ਗੱਲ ਦੀ ਚਿੰਤਾ ਕਰੋ ਜਿਹੜੀ ਨਹੀਂ ਗੱਲ ਹੋ ਸਕਦੀ, ਉਹਦੀ ਚਿੰਤਾ ਕਰਨੀ ਚਾਹੀਦੀ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਅਨਹੋਣੀ ਦਾ ਮਤਲਬ ਜੋ ਕਦੇ ਨਾ ਵਾਪਰਦੀ ਹੋਵੇ, ਪਰ ਮਹਾਰਾਜ ਕਹਿੰਦੇ ਇਹ ਤਾਂ ਵਾਪਰ ਜਾਣੀ ਹੈ, ਇਸ ਕਰਕੇ ਇਹਦੀ ਚਿੰਤਾ ਕਿਉਂ, ਇਹਦਾ ਫਿਕਰ ਕਿਉਂ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ, ਇਹ ਜਿਹੜਾ ਸੰਸਾਰ ਦਾ ਰਸਤਾ ਹੈ, ਨਾਨਕ ਥਿਰ ਨਹੀਂ ਕੋਈ। ਥਿਰ ਦਾ ਮਤਲਬ ਸਦੀਵੀ ਤੌਰ ਤੇ ਕੋਈ ਨਹੀਂ ਹੈ। ਦੂਸਰਾ ਸ਼ਲੋਕ ਵੀ ਇਸੇ ਦੀ ਵਿਆਖਿਆ, ਕਿਉਂਕਿ ਦੋਨਾਂ ਦਾ ਭਾਵ ਇੱਕ ਹੀ ਹੈ। ਅਗਲੇ ਚ ਮਹਾਰਾਜ ਕਹਿੰਦੇ ਜੋ ਉਪਜਿਓ। ਹੁਣ ਕਹਿੰਦੇ ਨੇ ਚਿੰਤਾ ਤਾਂ ਕੀ ਕੀਜੀਏ, ਅਨਹੋਣੀ ਨਹੀਂ ਹੁੰਦੀ। ਅੱਗੇ ਮਹਾਰਾਜ ਕਹਿੰਦੇ ਕਿਸੇ ਨੂੰ ਭੁਲੇਖਾ ਨਾ ਰਹਿ ਜਾਏ ਵੀ ਇਕੱਲੇ ਜੀਵਾਂ ਦੀ ਗੱਲ ਹੋ ਰਹੀ ਹੈ। ਮਹਾਰਾਜ ਕਹਿੰਦੇ ਜੋ ਉਪਜਿਓ, ਇਹਦਾ ਮਤਲਬ ਜੋ ਉਪਜੀ ਹੋਈ ਚੀਜ਼ ਹੈ, ਉਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ। ਜੋ ਉਪਜਿਓ ਸੋ ਬਿਨਸ ਹੈ, ਬਿਨਸ ਜਾਏਗਾ ਇੱਕ ਦਿਨ। ਤੇ ਮਹਾਰਾਜ ਕਹਿੰਦੇ ਪਰੋ ਆਜ ਕੈ ਕਾਲ। ਇਹ ਅੱਜ ਬਿਨਸ ਜਾਏ, ਕੱਲ ਬਿਨਸ ਜਾਏ, ਪਰਸੋਂ ਬਿਨਸ ਜਾਏ, ਬਿਨਸ ਜਾਣਾ ਸਭ ਕੁਝ। ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹਰੀ ਦੇ ਗੁਣ ਗਾ ਲੈ, ਛਾੜ ਸਗਲ ਜੰਜਾਲ। ਇੱਥੇ ਮਹਾਰਾਜ ਕਹਿੰਦੇ ਨੇ ਕਿ ਤੂੰ ਇਸ ਜਾਲ ਦੇ ਵਿੱਚ ਫਸ ਨਾ ਜਾਈਂ, ਸੰਸਾਰ ਰੂਪੀ ਜਾਲ ਵਿੱਚ ਕਿਤੇ ਫਸਿਆ ਨਾ ਰਹਿ ਜਾਈਂ, ਕਿਉਂਕਿ ਇੱਥੋਂ ਆਖਰ ਕਰ ਤੁਰ ਜਾਣਾ ਸਭ ਨੇ। ਇਹ ਹੈ ਅਖਰੀ ਅਰਥ ਸ਼ਲੋਕਾਂ ਦੇ। ਮੈਂ ਬੇਨਤੀ ਕੀਤੀ ਵੀ ਅੱਜ ਸੰਖੇਪ ਵਿਚਾਰ ਕਰਨੀ ਹੈ, ਪਰ ਫਿਰ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕੁਝ ਪ੍ਰਮਾਣ ਲਵਾਂਗੇ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਸਿਮਰੇ ਸਾਹਿਬ ਨੇ ਇਸ ਸੰਬੰਧੀ ਬੜੇ ਪ੍ਰਮਾਣ ਨੇ ਵੀ ਜਿਹੜੀ ਚੀਜ਼ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਮਿਟ ਜਾਣਾ, ਖਤਮ ਹੋ ਜਾਣਾ, ਜੋ ਉਪਜਿਆ ਉਹਨੇ ਖਤਮ ਹੋ ਜਾਣਾ। ਮਹਾਰਾਜ ਕਹਿ ਰਹੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ। ਮਹਾਰਾਜ ਨੇ ਉਦਾਹਰਨਾਂ ਕੀ ਦਿੱਤੀਆਂ। ਧਨ ਪੈਸਾ ਆਦਿਕ ਜਾਇਦਾਦ, ਜੋਬਨ ਜਵਾਨੀ, ਫੁੱਲ ਦਾ ਮਤਲਬ ਹੋ ਗਿਆ ਆ ਬਨਸਪਤੀ, ਤੇ ਮਹਾਰਾਜ ਕਹਿੰਦੇ ਨਾਠੀੜੇ, ਨਾਠੀੜਾ ਕਹਿੰਦੇ ਨੇ ਪ੍ਰਾਹੁਣਾ ਰਿਸ਼ਤੇਦਾਰ ਕਿਸੇ ਦੇ ਘਰੇ ਆ ਜਾਏ। ਮਹਾਰਾਜ ਕਹਿੰਦੇ 4 ਕੁ ਦਿਨ ਦੀ ਖੇਡ ਹੁੰਦੀ ਹੈ। ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ। ਪੱਬਣ ਕੇਰੇ ਪੱਤ ਜਿਉ ਢਲ ਟੁੱਲ ਜੰਮਣਹਾਰ। ਜਦੋਂ ਆਪਾਂ ਸਭ ਨੂੰ ਪਤਾ ਹੈ ਕਿ ਪੱਤ ਝੜ ਆਉਂਦੀ, ਸਾਰੇ ਪੱਤੇ ਜ਼ਮੀਨ ਤੇ ਡਿੱਗ ਪੈਂਦੇ ਆ, ਨਵਿਆਂ ਦੀ ਫਿਰ ਵਾਰੀ ਆਉਂਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਬਾਬਾ ਫਰੀਦ ਸਾਹਿਬ ਜੀ ਨੇ ਵਿਆਹ ਦਾ ਨਕਸ਼ਾ ਖਿੱਚ ਕੇ ਕਹਿ ਦਿੱਤਾ ਵੀ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਇਹ 2 ਸ਼ਲੋਕ ਧਿਆਨ 'ਚ ਰੱਖਿਓ ਜੇ। ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਦੀ ਸ਼ੁਰੂਆਤ ਹੀ ਮੌਤ ਤੋਂ ਸ਼ੁਰੂ ਹੁੰਦੀ ਹੈ। ਗੱਲ ਉਹਦੇ 'ਚ ਵਿਆਹ ਦੀ ਹੋ ਰਹੀ ਹੈ। ਜਿੱਤ ਦਿਹਾੜੇ ਧਨ ਵਰੀ, ਧਨ ਮੈਨੇ ਹੋ ਗਿਆ ਇਸਤਰੀ, ਵਰੀ ਮੈਨੇ ਹੋ ਗਿਆ ਵਿਆਹੀ ਜਾਣੀ ਹੈ। ਹੁਣ ਹੈ ਗੱਲ ਵਿਆਹ ਦੀ, ਪਰ ਗੱਲ ਮੌਤ ਦੀ ਹੋ ਰਹੀ। ਭਾਵ ਅਰਥ ਉਹਦੇ ਨੇ ਜਿੱਤ ਦਿਹਾੜੇ, ਜਿੱਤ ਦਿਨ, ਧਨ ਵਰੀ। ਧਨ ਮਤਲਬ ਇਸਤਰੀ ਵਿਆਹੀ ਜਾਣੀ ਹੈ, ਜਿੱਤ ਦਿਹਾੜੇ ਧਨ ਵਰੀ। ਸਾਹੇ ਲਏ ਲਿਖਾਇਓ, ਸਾਹ ਲਿਖਿਆ ਗਿਆ, ਸਮਾਂ ਲਿਖਿਆ ਗਿਆ। ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਕਿ ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ। ਮਲਕ ਜੇ ਕਰਨੀ ਸੁਣੀ ਦਾ, ਮਲਕ ਦਾ ਅਰਥ ਹੋ ਗਿਆ ਮੌਤ ਦਾ ਉਹ ਫਰਿਸ਼ਤਾ। ਜਿਹਨੂੰ ਸੌਖਾ ਜਿਹਾ ਸਮਝ ਲਓ ਕਿ ਬਾਬਾ ਫਰੀਦ ਸਾਹਿਬ ਉਦਾਹਰਨ ਦੇ ਰਹੇ ਨੇ ਕਿ ਜਦੋਂ ਕਿਸੇ ਔਰਤ ਦੀ ਮੰਗਣੀ ਹੁੰਦੀ, ਮੈਂ ਸਿਰਫ ਸਮਝਾਉਣ ਵਾਸਤੇ ਕਹਿਣ ਲੱਗਿਆ, ਗੱਲ ਸਮਝ ਆ ਜਾਏਗੀ ਸਭ ਦੇ। ਉਹਦੀ ਮੰਗਣੀ ਹੁੰਦੀ ਹੈ, ਉਹਦੀ ਮੰਗਣੀ ਹੋਣ ਤੋਂ ਬਾਅਦ ਚਲੋ ਅੱਜ ਵਾਲਾ ਸਮਾਂ ਹੋਰ ਹੈ, ਉਹਨਾਂ ਸਮਿਆਂ ਤੇ ਗੱਲ ਇਦਾਂ ਨਹੀਂ ਸੀ ਹੁੰਦੀ। ਉਦੋਂ ਚਲੋ ਜਾ ਕੇ ਰਿਸ਼ਤਾ ਜਿਹੜਾ ਸੀ, ਜੋ ਆਪ ਦੂਜੇ ਲੋਕ ਹੁੰਦੇ ਸੀ, ਬ੍ਰਾਹਮਣ ਆਦਿਕ ਜਾਂ ਹੋਰ ਵੀ ਜਿਹੜੇ ਲੋਕ, ਉਹ ਜਾ ਕੇ ਤੈਅ ਕਰ ਆਉਂਦੇ ਸੀ। ਫਿਰ ਆ ਕੇ ਉਹਨੂੰ ਦੱਸਿਆ ਜਾਂਦਾ ਸੀ, ਫਿਰ ਉਹ ਪੁੱਛਦੀ ਹੁੰਦੀ ਸੀ ਆਪਣੀਆਂ ਸਹੇਲੀਆਂ ਨੂੰ, ਜਾਂ ਜਿਹੜੇ ਗਏ ਨੇ, ਜਾਂ ਆਪਣੇ ਮਾਂ-ਬਾਪ ਨੂੰ ਕਹਿ ਲਓ, ਜਾਂ ਜਿਹੜੇ ਉੱਥੇ ਮੌਜੂਦ ਸਨ ਵੇਖ ਕੇ ਆਏ, ਉਹਨਾਂ ਨੂੰ ਪੁੱਛਦੀ, ਨਾਲੇ ਸੰਗਦੀ ਵੀ ਹੈ ਤੇ ਨਾਲੇ ਪੁੱਛਦੀ ਵੀ ਹੈ ਵੀ ਮੈਨੂੰ ਘੱਟੋ ਘੱਟ ਦੱਸੋ ਤਾਂ ਸਹੀ ਉਹਦੇ ਨੈਣ ਨਕਸ਼ ਕਿੱਦਾਂ ਦੇ ਨੇ, ਉਹਦਾ ਬੋਲ ਚਾਲ ਕਿੱਦਾਂ ਦਾ ਹੈ, ਉਹਦਾ ਬੈਠਣ ਉੱਠਣ ਕਿੱਦਾਂ ਦਾ ਹੈ, ਜੋ ਕੁਝ ਤੁਸੀਂ ਦੇਖਿਆ ਮੈਨੂੰ ਉਹਦੇ ਬਾਰੇ ਕੁਝ ਦੱਸੋ ਤਾਂ ਸਹੀ। ਬਾਬਾ ਫਰੀਦ ਸਾਹਿਬ ਕਹਿੰਦੇ ਜਿਹਦੇ ਬਾਰੇ ਸੁਣਦੀ ਸੀ ਨਾ, ਇੱਕ ਦਿਨ ਉਹ ਆ ਗਿਆ ਵਿਆਹਣ ਵਾਸਤੇ, ਉਹਨੇ ਅੱਖੀਂ ਵੇਖ ਲਿਆ ਮੁੜ ਕੇ ਉਹਨੂੰ। ਪਹਿਲਾਂ ਤਾਂ ਸੁਣਿਆ ਹੀ ਸੀ ਕੇਵਲ, ਪਰ ਉਹਨੂੰ ਵਿਆਹਣ ਆ ਗਿਆ, ਇਸ ਕਰਕੇ ਉਹਨੂੰ ਵੇਖ। ਹੁਣ ਮੈਂ ਗੱਲ ਕਰ ਰਿਹਾ ਵੀ ਗੱਲ ਉੱਥੇ ਵਿਆਹ ਦੀ, ਪਰ ਹੈ ਮੌਤ ਦੀ ਗੱਲ।
ਜਿਤ ਦਿਹਾੜੇ ਧਨ ਵਰੀ ਸਾਹੇ ਲਹੇ ਲਖਾਏ ਮਲਕ ਜੇ ਕੰਨੀ ਸੁਣੀਦਾ। ਜਿਹਦੇ ਬਾਰੇ ਕੰਨਾਂ ਨਾਲ ਸੁਣਿਆ ਸੀ ਮੂੰਹ ਦਿਖਾਲੇ, ਆਇਓ ਨੇ ਆ ਕੇ ਮੂੰਹ ਵਿਖਾ ਦਿੱਤਾ। ਤੇ ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜ ਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਇਹ ਮੇਰੀ ਇਹ ਜਿੰਦੇ ਤੂੰ ਸਮਝ ਲੈ ਇਸ ਗੱਲ ਨੂੰ, ਸਮਾਂ ਟਲਣਾ ਨਹੀਂ ਕਦੇ ਵਾਸਤੇ ਵੀ। ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਬਹੁਤੀ ਮਰਨ ਵਾਰ। ਵੇਖੋ ਗੱਲ ਵਿਆਹ ਦੀ ਪਰ ਮੌਤ ਦੀ ਕਰ ਰਹੇ ਨੇ। ਜਿੰਦ ਬਹੁਤੀ ਮਰਨ ਵਾਰ ਲੈ ਜਾਸੀ ਪਰਨਾਏ, ਪਰਨਾ ਕੇ ਲੈ ਗਿਆ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਆਪਣੇ ਹੱਥੀ ਜੋਲ ਕੇ, ਆਪਣੇ ਹੱਥੀ ਤਿਆਰ ਕਰਕੇ ਕਾਇਆ ਨੇ। ਇੱਥੇ ਜੋਲ ਕੇ ਦਾ ਮਤਲਬ ਕਾਇਆ ਨੂੰ ਆਪ ਤਿਆਰ ਕਰਦੀ ਆ, ਆਪਣੇ ਹੱਥੀ ਜੋਲ ਕੇ ਕੈ ਗਲ ਲੱਗੇ ਧਾਏ। ਇਹ ਕਾਇਆ ਹੁਣ ਕਿਹਦੇ ਗੱਲ ਲਾ ਕੇ ਲੱਗੇ, ਕਿਉਂਕਿ ਇਹਦੇ ਅੰਦਰੋਂ ਜੋਤ ਤਾਂ ਚਲੀ ਗਈ ਹੈ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਕੈ ਗਲ ਲੱਗੇ ਧਾਏ ਪੁਰਸਲਾਤ। ਬਾਬਾ ਫਰੀਦ ਸਾਹਿਬ ਨੇ ਕਿਹਾ ਜਿਤ ਦਿਹਾੜੇ ਧਨ ਵਰੀ ਸਾਹੇ ਲਹੇ ਲਖਾਏ, ਮਲਕ ਜੇ ਕੰਨੀ ਸੁਣੀਦਾ। ਮੂੰਹ ਦਿਖਾਲੇ ਆਏ ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜ ਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ, ਆਪਣ ਹੱਥੀ ਜੋਲ ਕੇ ਕਹਿ ਗੱਲ ਲੱਗੇ ਧਾਏ। ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀਆਏ। ਤੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਉਹ ਰਸਤਾ ਜਦੋਂ ਤੂੰ ਜਾਣਾ ਹੈ ਉਹ ਰਸਤਾ ਕੋਈ ਸੌਖਾ ਨਹੀਂ ਹੈ। ਤੇ ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਵਾਜ਼ਾਂ ਪੈ ਰਹੀਆਂ ਨੇ, ਫਰੀਦਾ ਕਿੜੀ ਪਵੰਦਈ। ਕਿੜੀ ਦਾ ਮਤਲਬ ਆਵਾਜ਼, ਪਵੰਦੀ ਦਾ ਮਤਲਬ ਪੈ ਰਹੀਆਂ ਨੇ। ਫਰੀਦਾ ਕਿੜੀ ਪਵੰਦਈ ਖੜਾ ਨਾ ਆਪ ਮੁਹਾਏ। ਮੁਹਾਏ ਦਾ ਮਤਲਬ ਹੁੰਦਾ ਠੱਗੇ ਜਾਣਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਬੰਦਿਆ ਕਿਤੇ ਠੱਗਿਆ ਨਾ ਜਾਈ, ਆਵਾਜ਼ਾਂ ਪੈ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਇੱਕ ਦੋ ਹੋਰ ਪ੍ਰਮਾਣ ਲੈ ਲਈਏ ਜੋ ਸ਼ਲੋਕ ਚੱਲ ਰਹੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਹੈ, ਨਾ ਦੇਵ ਦਾਨਵਾ ਨਰਾ। ਇਹ ਤਿੰਨ ਬਚਨ ਹੋਣਗੇ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ। ਇਹ ਵਿਆਖਿਆ ਕਰ ਰਹੇ ਨੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਰ। ਨਾਨਕ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ। ਇਹਦੀ ਵਿਆਖਿਆ ਕਰਨਗੇ। ਮਹਾਰਾਜ ਕਹਿੰਦੇ ਨੇ ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕਾ ਧਰਾ। ਇਹਦੇ ਅਰਥ ਕਰ ਦਈਏ ਥੋੜੇ ਜਿਹੇ, ਵੈਸੇ ਤਾਂ ਸਮਝ ਆ ਰਹੀ ਹੈ ਪਰ ਫਿਰ ਵੀ ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹੀ ਉਹਨਾਂ ਦੇ ਵਾਸਤੇ ਸਿਰਫ ਅਰਥ ਨੇ। ਮਹਾਰਾਜ ਕਹਿੰਦੇ ਭਾਵੇਂ ਦੇਵਤੇ ਹੋਣ, ਭਾਵੇਂ ਦੈਂਤ ਹੋਣ, ਭਾਵੇਂ ਆਮ ਮਨੁੱਖ ਹੋਣ, ਭਾਵੇਂ ਸਿੱਧ ਹੋਣ ਤੇ ਭਾਵੇਂ ਪੁੱਗੇ ਹੋਏ ਹੋਣ। ਇਹਨਾਂ ਦੀ ਵਿਆਖਿਆ ਇਹ ਹੈ, ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕਾ ਧਰਾ। ਅੱਗੇ ਮਹਾਰਾਜ ਕਹਿੰਦੇ ਅਸਤ ਏਕ ਦਿਗਰ ਕੋਈ। ਦਿਗਰ ਦਾ ਮਤਲਬ ਹੁੰਦਾ ਦੂਜਾ। ਭਾਵੇਂ ਇਹਨੂੰ ਅਸੀਂ ਅਸਤੀ ਕਹਿੰਦੇ ਆ ਪਰ ਜਦੋਂ ਅਸੀਂ ਵਿਆਖਿਆ ਕਰਾਂਗੇ ਸਤ ਦਾ ਮਤਲਬ ਹੁੰਦਾ ਹੈ ਸਦੀਵੀ ਰਹਿਣਾ। ਐੜਾ ਗੇਤਰ ਲੱਗ ਗਿਆ। ਅਸਤ ਏਕ ਦਿਗਰ ਕੋਈ, ਏਕ ਤੋਈ ਏਕ ਤੋਈ। ਅੱਗੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾ ਦਾਦੇ ਦੇਹੰਦ ਆਦਮੀ। ਇਹਦਾ ਅਰਥ ਪਤਾ ਕੀ ਬੜਾ? ਦਾਦ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਬੰਦਾ ਸਮਝੌਤਾ ਕਰਾ ਰਿਹਾ ਹੈ। ਮੰਨ ਲਓ ਦੋ ਮੁਲਕਾਂ ਦੀ ਲੜਾਈ ਹੋਣ ਲੱਗੀ ਤੇ ਵਿੱਚ ਪੈ ਕੇ ਉਸ ਲੜਾਈ ਨੂੰ ਬਚਾਉਣ ਵਾਲੇ ਹੁਣ ਉਹ ਛੋਟੇ ਮੋਟੇ ਬੰਦੇ ਥੋੜਾ। ਜਿੱਥੇ ਮੰਨ ਲਓ ਕਿਸੇ ਮੁਲਕਾਂ ਦੀ ਲੜਾਈ ਹੋਣੀ ਹੋਵੇ, ਇਹ ਨਿੱਕੀ ਗੱਲ ਤਾਂ ਚਲੋ ਛੋਟੇ ਮੋਟੇ ਝਗੜਿਆਂ ਦੀ, ਮੈਂ ਵੱਡੀ ਗੱਲ ਕਰਨ ਲੱਗਾ ਵੀ ਕਿਸੇ ਮੁਲਕ ਦੀ ਲੜਾਈ ਹੋਣੀ ਹੋਵੇ ਉਹਦੇ ਵਿੱਚ ਪੈ ਜਾਣ ਸਾਂਝੇ ਬੰਦੇ ਤੇ ਉਹ ਕਹਿਣ ਵੀ ਨਾ ਕਰੋ, ਇਹ ਕਿਉਂ ਲੋਕਾਂ ਦਾ ਖੂਨ ਡੋਲਣ ਲੱਗੇ ਜੇ। ਹੁਣ ਉਹਨਾਂ ਬੰਦਿਆਂ ਨੂੰ ਲੋਕੀ ਕਿੰਨਾ ਚੰਗਾ ਕਹਿਣਗੇ ਵੀ ਜਿਹੜੇ ਇਹ ਸੋਚਦੇ ਆ ਵੀ ਇਹ ਜਿਹੜਾ ਸੰਸਾਰ ਤੇ ਖੂਨ ਨਾ ਡੁੱਲੇ। ਮਹਾਰਾਜ ਕਹਿੰਦੇ ਉਹ ਵੀ ਨਹੀਂ ਰਹਿਣੇ। ਨਾ ਦਾਦੇ ਦਿਹੰਦ ਆਦਮੀ, ਨਾ ਸਬਤ ਜੇਰ ਜਮੀ। ਮਹਾਰਾਜ ਕਹਿੰਦੇ ਤੇ ਸਬਤ ਪਤਾਲ ਕੀ ਆਕਾਸ਼ ਕੀ, ਜੋ ਕੁਝ ਹੈ ਤੇ ਜ਼ਮੀਨ। ਅਸਤ ਏਕ ਦਿਗਰ ਕੋਈ, ਏਕ ਤੋਈ ਏਕ ਤੋਈ। ਅੱਗੇ ਮਹਾਰਾਜ ਕਿਹਾ ਜਿਹੜਾ ਜੋ ਉਪਜਿਓ ਸੋ ਬਿਨਸ ਹੈ ਨਾ, ਉਹਦੀ ਵਿਆਖਿਆ ਮਹਾਰਾਜ ਨੇ ਅਗਲੇ ਸ਼ਲੋਕ ਵਿੱਚ ਕੀਤੀ ਹੈ, ਨਾ ਸੂਰ ਸੱਸ ਮੰਡਲੋ। ਮਹਾਰਾਜ ਕਹਿੰਦੇ ਤੁਸੀਂ ਜੇ ਜੋ ਉਪਜਿਓ ਵਿੱਚ ਲੈਣਾ ਨਾ ਤੇ ਸੂਰ ਦਾ ਮਤਲਬ ਹੋ ਗਿਆ ਚੰਦਰਮਾ, ਸੱਸ ਸੂਰ ਦਾ ਮਤਲਬ ਸੂਰਜ ਤੇ ਚੰਦ ਦਾ, ਸੱਸ ਦਾ ਮਤਲਬ ਹੁੰਦਾ ਹੈ ਚੰਦਰਮਾ। ਮਹਾਰਾਜ ਕਹਿੰਦੇ ਨਾ ਸੂਰ ਸੱਸ ਮੰਡਲੋ। ਇਹ ਜੋ ਮੰਡਲ ਸਾਨੂੰ ਦਿਸਦਾ ਪਿਆ ਧਰਤੀ ਦਾ ਆਕਾਸ਼ ਜਿਹੜਾ ਅੱਖਾਂ ਨਾਲ ਨਜ਼ਰ ਆਉਂਦਾ ਪਿਆ, ਨਾ ਸੂਰ ਸੱਸ ਮੰਡਲੋ, ਨਾ ਸ਼ਬਦ ਦੀਪ ਨਹਿ ਜਲੋ। ਭਾਵੇਂ ਜਲ ਹੈ, ਅੱਗ ਹੈ, ਧਰਤੀ ਹੈ, ਆਕਾਸ਼ ਹੈ। ਮਹਾਰਾਜ ਕਹਿੰਦੇ ਨੇ ਅੰਨ ਪਾਉਣ ਥਿਰ ਨਾ ਕੋਈ। ਇਹਦਾ ਮਤਲਬ ਅੰਨ ਹੋਵੇ, ਧਰਤੀ ਹੋਵੇ, ਹਵਾ ਹੋਵੇ, ਇਹ ਸਾਰਾ ਕੁਝ ਖਤਮ ਹੋ ਜਾਣਾ ਹੈ। ਇਹਦਾ ਮਤਲਬ ਹੋ ਗਿਆ ਮਹਾਰਾਜ ਨੇ ਤਾਂ ਗੱਲ ਹੀ ਨਿਬੇੜਤੀ ਵੀ ਤੁਸੀਂ ਆਮ ਜੀਵਾਂ ਦੀ ਗੱਲ ਛੱਡੋ, ਇੱਥੇ ਜੋ ਕੁਝ ਦਿਸਦਾ ਪਿਆ ਸਭ ਕੁਝ ਬਿਨਸਨਹਾਰ ਹੈ। ਖੈਰ ਮੈਂ ਸ਼ੁਰੂ 'ਚ ਕਿਹਾ ਵੀ ਆਪਾਂ ਸ਼ਲੋਕਾਂ ਦੀ ਵਿਆਖਿਆ ਅੱਜ ਥੋੜੀ ਕਰ ਰਹੇ ਹਾਂ ਕਿਉਂਕਿ ਪਿਛਲੀ ਵਾਰ ਬਹੁਤ ਵਿਸਥਾਰ ਸਹਿਤ ਵਿਆਖਿਆ ਹੋ ਗਈ ਸੀ ਵੀ ਮੌਤ ਸੰਬੰਧੀ। ਇਹ ਵੀ ਉਹਦੇ ਨਾਲ ਰਲਦੇ ਮਿਲਦੇ ਸ਼ਲੋਕ ਸਨ, ਤਾਂ ਆਪਾਂ ਇਹਦੀ ਵਿਆਖਿਆ ਤਾਂ ਜ਼ਰੂਰ ਕਰਨੀ ਸੀ। ਤੇ ਮਹਾਰਾਜ ਨੇ ਅੱਜ ਕਿਹਾ ਕਿ ਭਾਈ ਜੋ ਸੰਸਾਰ ਤੇ ਦਿਸਦਾ ਪਿਆ ਉਹ ਬਿਨਸਣ ਵਾਲਾ ਹੈ, ਜਿਹੜੀ ਉਪਜੀ ਚੀਜ਼ ਹੈ ਉਹ ਖਤਮ ਹੋ ਜਾਣ ਵਾਲੀ ਹੈ।